ਹੈਲੋ ਸਟੂਡੈਂਟ। ਸੋ ਬੱਚੇ ਆਪਣਾ ਨੈਕਸਟ ਜਿਹੜਾ ਟੌਪਿਕ ਹੈਗਾ ਆ ਚੈਪਟਰ ਸਟਰਕਚਰ ਆਫ ਐਟਮ ਦਾ, ਦੈਟ ਇਜ਼ ਕੁਆਂਟਮ ਮਕੈਨੀਕਲ ਮਾਡਲ ਆਫ ਐਨ ਐਟਮ, ਰਾਈਟ। ਸੋ ਬੱਚੇ ਤੁਸੀਂ ਪ੍ਰੀਵੀਅਸ ਵੀਡੀਓ ਲੈਕਚਰ ਦੇ ਵਿੱਚ ਤੁਸੀਂ ਐਟਮ ਦੇ ਬੋਹਰ ਮਾਡਲ ਬਾਰੇ ਐਕਸਪਲੇਨੇਸ਼ਨ ਦੇਖੀ ਹੋਊਗੀ। ਸੋ ਬੱਚੇ ਅੱਜ ਅਸੀਂ ਗੱਲ ਕਰਾਂਗੇ ਐਟਮ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਦੇਖਣਾ, ਦੈਟ ਇਜ਼ ਕੁਆਂਟਮ ਮਕੈਨੀਕਲ ਮਾਡਲ ਆਫ ਐਨ ਐਟਮ, राइट। सो बच्चे क्या की रहे हैं मॉडल देखते हैं। सो द वेव करैक्टर ऑफ एन इलेक्ट्रॉन एंड अनसर्टनटी इन इट्स पोजीशन एंड मोमेंटम गेव अ सीरियस ब्लो टू बोहर मॉडल ऑफ एन एटम। कहता जो साढ़े को इलैक्ट्रॉन का वेव नेचर आया तो इलैक्ट्रॉन की पोजीशन तो मोमेंटम के जी अनसर्टनटी आई, उन्हें बोहर मॉडल के थोड़ी जी प्रॉब्लम्स लियानियाँ शुरू कर दित्तियां तो वो असीं सीरीयसली उस प्रॉब्लम टेक लाइक देखते पे हैं, राइट। सो बच्चे बोहर ने कॉन्सैप्ट दे विच की क्या सी कि इलैक्ट्रॉन रिवॉल्व अराउंड द न्यूक्लियस इन अ सर्टन वैल डिफाइंड सर्कुलर पाथ, तो जो वैल डिफाइंड सर्कुलर पाथ ने उन्होंने की क्या सी ऑर्बिट्स। बट कहता जो अनसर्टनटी इन पोजीशन ते वेलोसिटी वाला जिहड़ा आइडिया सी वो इस पिक्चर ते ओवर रूल हो रहा है, इस बोहर मॉडल ते वो एक प्रॉब्लम क्रिएट कर रहा, राइट। सो कहता दस कहता ऐसी इत्थों एक एक्सप्लेनेशन सानू मिली कि जो क्लासिकल मकैनिक्स है कहता वो एटम दे बिहेवियर जिहड़ा है, एटम दे अंदर इलैक्ट्रॉन का जिहड़ा बिहेवियर है उहदे लई करैक्ट इंफॉर्मेशन जिहड़ी है वो प्रोवाइड नहीं कर रहा। सो करैक्टली सानू उहदी एक्सप्लेनेशन नहीं मिल पा रही। तो बच्चे ਇਹਦੇ ਵੱਲੋਂ ਕੀ ਹੋਇਆ, ਇੱਕ ਵੈਲ ਡਿਫਾਈਨ ਇੱਕ ਨਿਊ ਅਪਰੋਚ ਆਈ ਜਿਹਦਾ ਅਪਰੋਚ ਦਾ ਨਾਮ ਸੀ ਦੈਟ ਇਜ਼ ਕੁਆਂਟਮ ਮਕੈਨਿਕਸ ਔਰ ਵੇਵ ਮਕੈਨਿਕਸ। ਉਹਨਾਂ ਨੇ ਇਲੈਕਟ੍ਰੋਨ ਦੀ ਐਕਚੁਅਲ ਪੋਜੀਸ਼ਨ ਐਟਮ ਦੇ ਅੰਦਰ ਕਿਵੇਂ ਹੈ, ਕਿਸ ਜਗ੍ਹਾ 'ਤੇ ਹੈ, ਅਤੇ ਐਟਮ ਦੇ ਅੰਦਰ ਐਕਚੁਅਲ ਵੈਲਿਊ ਕੀ ਹੈ ਇਲੈਕਟ੍ਰੋਨਸ ਦੀ ਇੱਕ ਵੈਲ ਡਿਫਾਈਨਡ ਸਰਕੂਲਰ ਪਾਥ ਦੇ ਵਿੱਚ, ਉਸ ਚੀਜ਼ ਨੂੰ ਉਹਨਾਂ ਨੇ ਅੰਦਰ ਤੱਕ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਐਂਡ ਬੱਚੇ ਉਹ ਜੋ ਵਿਊ ਹੈ, ਕੌਨਸੈਪਟ ਹੈ, ਉਹ ਉਹਦਾ ਨਾਮ ਹੈ ਕੁਆਂਟਮ ਮਕੈਨਿਕਸ और वेव मैकेनिक्स। सो बच्चे जो क्वांटम मैकेनिक्स है, वेव मैकेनिक्स है, इज़ अ ब्रांच ऑफ साइंस दैट टेक्स इनटू अकाउंट द ड्यूअल बिहेवियर ऑफ मैटर। सो मैटर दे ड्यूअल बिहेवियर ਨੂੰ ਇਹ ਦੇਖੇਗੀ, ਰਾਈਟ। ਸੋ ਬੱਚੇ ਇਹ ਸਾਡੇ ਕੋਲ ਇੱਕ ਥਿਓਰੈਟੀਕਲ ਸਾਇੰਸ ਆ, ਰਾਈਟ। ਅਤੇ ਬੱਚੇ ਇਹ ਡੈਵਲਪ ਕੀਤੀ ਗਈ ਸੀ 1926 ਦੇ ਵਿੱਚ ਬਾਏ ਵਰਨਰ ਹੀਜ਼ਨਬਰਗ ਐਂਡ ਐਰਵਿਨ ਸ਼੍ਰੋਡਿੰਜਰ ਦੇ ਵੱਲੋਂ। ਕਹਿੰਦਾ ਉਹਨਾਂ ਨੇ ਬੱਚੇ ਇਕੁਏਸ਼ਨ ਦੱਸੀ ਵੇਵ ਮੋਸ਼ਨ ਦੇ ਲੈ ਕੇ ਕਿ ਇਲੈਕਟ੍ਰੋਨ ਜਿਹੜਾ ਆ ਉਹ ਸਾਡੇ ਕੋਲ ਨਿਊਕਲੀਅਸ ਦੇ ਅਰਾਊਂਡ 3 ਡਾਇਮੈਂਸ਼ਨਲ ਦੇ ਵਿੱਚ ਰਿਵੋਲਵ ਕਰ ਰਿਹਾ ਆ। ਸੋ ਉਹਦੇ ਲਈ ਉਹਨਾਂ ਨੇ ਵੇਵ ਮੋਸ਼ਨ ਦੀ ਇਲੈਕਟ੍ਰੋਨ ਦੇ ਲਈ ਇੱਕ ਇਕੁਏਸ਼ਨ ਪ੍ਰੋਵਾਈਡ ਕੀਤੀ ਐਂਡ ਦ ਨੇਮ ਆਫ ਦੈਟ ਇਕੁਏਸ਼ਨ ਇਜ਼ ਸ਼੍ਰੋਡਿੰਜਰ ਵੇਵ ਇਕੁਏਸ਼ਨ, ਰਾਈਟ। ਸੋ ਬੱਚੇ ਸ਼੍ਰੋਡਿੰਜਰ ਵੇਵ ਇਕੁਏਸ਼ਨ ਕੀ ਸੀ, ਦੈਟ ਇਜ਼ ਇਕੁਅਲਸ ਟੂ ਤੁਹਾਨੂੰ ਗਿਵਨ ਆ ਬੱਚੇ ਦੇ ਵਿੱਚ, ਦੈਟ ਇਜ਼ ਕਰਲੀ ਸਕੇਅਰ ਸਾਈ ਅਪੋਨ ਕਰਲੀ ਐਕਸ ਸਕੇਅਰ plus curly square psi upon curly y square plus curly square psi upon curly z square plus 8 pi square m upon h square e minus v psi equal to 0। so बच्चे what is the meaning of this equation। बच्चे इस equation ਦੇ ਵਿੱਚ ਜੋ psi ਹੈ ਇਹ ਸਾਡੇ ਕੋਲ ਇਲੈਕਟ੍ਰੋਨ ਦਾ ਕੀ ਹੈ, ਇਲੈਕਟ੍ਰੋਨ ਕੀ ਹੈ, ਇੱਕ ਵੇਵ ਪ੍ਰੋਡਿਊਸ ਕਰ ਰਹੀ ਆ, ਉਸ ਵੇਵ ਦਾ ਇਹ ਐਂਪਲੀਟਿਊਡ ਆ, ਠੀਕ ਹੈ ਜੀ। ਕਿਉਂਕਿ ਇਲੈਕਟ੍ਰੋਨ ਜਿਹੜਾ ਆ ਉਹ ਸਰਕੂਲਰ ਪਾਥ ਦੇ ਵਿੱਚ ਘੁੰਮ ਰਿਹਾ ਆ ਅਰਾਊਂਡ ਅ ਨਿਊਕਲੀਅਸ ਐਂਡ 3 ਡਾਇਮੈਂਸ਼ਨਲ, ਰਾਈਟ। ਸੋ ਇਹਦਾ ਮਤਲਬ ਇਲੈਕਟ੍ਰੋਨ ਦੇ 3 ਡਾਇਮੈਂਸ਼ਨਲ ਦੇ ਵਿੱਚ ਜਦੋਂ ਇਹ ਘੁੰਮਦਾ ਤਾਂ ਵੇਵ ਮੋਸ਼ਨ ਪ੍ਰੋਡਿਊਸ ਹੁੰਦਾ, ਉਸ ਵੇਵ ਮੋਸ਼ਨ ਦੇ ਐਂਪਲੀਟਿਊਡ ਨੂੰ ਇਹ ਸਾਈ ਕੀ ਕਰੇਗਾ, ਐਕਸਪਲੇਨ ਕਰੇਗਾ। ਉਸ ਤੋਂ ਬਾਅਦ E ਜਿਹੜਾ ਹੈ ਬੱਚੇ ਇਸ ਇਕੁਏਸ਼ਨ ਦੇ ਵਿੱਚ ਸਾਡੇ ਕੋਲ ਬੱਚੇ ਉਹ ਹੈ ਟੋਟਲ ਐਨਰਜੀ, ਇਲੈਕਟ੍ਰੋਨ ਦੀ ਟੋਟਲ ਐਨਰਜੀ ਹੈ। V ਸਾਡੇ ਕੋਲ ਪੋਟੈਂਸ਼ੀਅਲ ਐਨਰਜੀ ਹੈ, M that is mass of electron and H ਬੱਚੇ ਤੁਸੀਂ ਆਲਰੇਡੀ ਕਰਕੇ ਆਏ ਹੋ, ਡੀ ਬ੍ਰੋਗਲੀ ਦੇ ਵਿੱਚ ਵੀ ਕੀਤਾ ਹੋਊਗਾ ਤੁਸੀਂ, that is Planck's constant। ਸੋ ਬੱਚੇ ਇਸ ਇਕੁਏਸ਼ਨ ਨੂੰ ਡੇ ਬਾਈ ਡੇ ਮੋਡੀਫਾਈ ਕੀਤਾ ਗਿਆ ਅਤੇ ਇਨ ਸ਼ਾਰਟ ਇਸ ਇਕੁਏਸ਼ਨ ਜਿਹੜੀ ਬਣੀ ਸ਼੍ਰੋਡਿੰਜਰ ਵੇਵ ਇਕੁਏਸ਼ਨ, ਉਹਨੇ ਅਸੀਂ ਲਿਖਿਆ ਬੱਚੇ H cap psi is equal to E psi। ਸੋ ਬੱਚੇ ਇੱਥੇ H cap psi ਜਿਹੜੇ ਹੈ that is called ਮੈਥਮੈਟੀਕਲੀ ਆਪਰੇਟਰ ਹੈ ਜਿਹੜਾ ਸਾਡੇ ਕੋਲ ਅਪਲਾਈ ਕੀਤਾ ਗਿਆ ਹੈ ਔਨ ਵੇਵ ਫੰਕਸ਼ਨ, ਅਤੇ ਉਹਦੇ ਵਿਦ ਰਿਸਪੈਕਟ ਟੂ ਸਾਨੂੰ ਈ ਸਾਈ ਇੱਕ ਵੈਲਿਊ ਮਿਲੀ ਹੈ,
दैट इज़ आइगन वैल्यू। ठीक है जी। सो बच्चे दिस एच कैप ਜਿਹੜੀ ਸਾਡੇ ਕੋਲ ਆਪਰੇਟਰ ਹੈ ਮੈਥਮੈਟੀਕਲ ਆਪਰੇਟਰ ਹੈ, ਇਹਦਾ ਨਾਮ ਹੈ ਹੈਮਿਲਟੋਨੀਅਨ ਆਪਰੇਟਰ, ਜਿਹੜਾ ਅਸੀਂ ਇੱਕ ਵੇਵ ਫੰਕਸ਼ਨ ਜਿਹੜਾ ਇਲੈਕਟ੍ਰੋਨ ਦਾ ਹੈ ਐਂਪਲੀਟਿਊਡ ਐਕਸਪਲੇਨ ਕਰ ਰਿਹਾ ਹੈ ਉਹਦੇ ਤੇ ਅਪਲਾਈ ਕਰਨ ਤੋਂ ਬਾਅਦ ਵੀ ਵਿਲ ਗੈਟ ਈ ਸਾइन। ਸੋ ਦਿਸ ਇਜ਼ ਏ ਇਕੁਏਸ਼ਨ, ਸ਼੍ਰੋਡਿੰਜਰ ਵੇਵ ਇਕੁਏਸ਼ਨ, ਦਿਸ ਇਜ਼ ਅ ਮੋਡੀਫਾਈਡ ਫਾਰਮ ਆਫ ਸ਼੍ਰੋਡਿੰਜਰ ਵੇਵ ਇਕੁਏਸ਼ਨ, ਰਾਈਟ। ਉਸ ਤੋਂ ਬਾਅਦ ਬੱਚੇ ਹੁਣ ਅਸੀਂ ਇਸ ਸਾਈ ਬਾਰੇ ਡਿਸਕਸ ਕੀਤਾ, ਇਹ ਸਾਈ ਕੀ ਹੈ, ਉਹਦਾ ਐਕਚੁਅਲ ਸਾਡੇ ਕੋਲ ਫਿਜ਼ੀਕਲ ਸਿਗਨੀਫਿਕੈਂਸ ਕੀ ਹੈ, ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ। ਬੱਚੇ ਸਾਈ that gives the amplitude of the wave associated with the electron around the nucleus, ਕਿ ਜਦੋਂ ਇਲੈਕਟ੍ਰੋਨ ਜਿਹੜਾ ਹੈ ਉਹ ਸਾਡੇ ਕੋਲ ਅਰਾਊਂਡ ਅ ਨਿਊਕਲੀਅਸ ਸਾਡੇ ਕੋਲ ਘੁੰਮ ਰਿਹਾ ਹੈ ਤਾਂ ਬੱਚੇ ਉਸ ਟਾਈਮ 'ਤੇ ਸਾਈ ਸਾਨੂੰ ਕੀ ਕਰ ਰਿਹਾ ਬੱਚੇ, ਇੱਕ ਇਲੈਕਟ੍ਰੋਨ ਦਾ ਇੱਕ ਐਂਪਲੀਟਿਊਡ ਬਾਰੇ ਐਕਸਪਲੇਨੇਸ਼ਨ ਪ੍ਰੋਵਾਈਡ ਕਰ ਰਿਹਾ। ਐਜ਼ ਵੀ ਨੋ, ਜੇ ਅਸੀਂ ਬੱਚੇ ਲਾਈਟ ਦੀ ਕੇਸ ਦੇ ਵਿੱਚ ਗੱਲ ਕਰੀਏ ਅਤੇ ਜੇ ਅਸੀਂ ਲਾਈਟ ਦੇ ਵਿੱਚ ਵੇਵ ਨੂੰ ਐਂਪਲੀਟਿਊਡ ਨੂੰ ਕੀ ਕਰ ਦਈਏ, ਸਕੁਏਅਰ ਕਰ ਦਈਏ ਤਾਂ ਸਾਨੂੰ ਇੱਕ ਪਰਟੀਕੂਲਰ ਪੁਆਇੰਟ 'ਤੇ ਇੰਟੈਂਸਿਟੀ ਆਫ ਲਾਈਟ ਦਾ ਪਤਾ ਲੱਗ ਜਾਂਦਾ ਆ। ਸੋ ਉਸੇ ਕੌਨਸੈਪਟ ਨੂੰ ਜੇ ਬੱਚੇ ਆਪਾਂ ਲੈ ਕੇ ਆਈਏ ਤਾਂ ਜੇ ਮੈਂ ਇਸ ਕੌਨਸੈਪਟ ਨੂੰ, ਲਾਈਟ ਵਾਲੇ ਕੌਨਸੈਪਟ ਨੂੰ ਇੱਥੇ ਅਪਲਾਈ ਕਰਨਾ ਚਾਹਾਂ, ਇਹਦਾ ਮਤਲਬ ਮੈਂ ਵੇਵ ਫੰਕਸ਼ਨ ਨੂੰ ਕੀ ਕਰਾਂ, ਵੇਵ ਫੰਕਸ਼ਨ ਨੂੰ ਬੱਚੇ ਮੈਂ ਸਾਈ ਸਕੁਏਅਰ ਲਵਾਂ, ਰਾਈਟ। ਤਾਂ ਬੱਚੇ ਉਹ ਸਾਈ ਸਕੁਏਅਰ ਇੱਕ ਪੁਆਇੰਟ 'ਤੇ ਅਰਾਊਂਡ ਅ ਨਿਊਕਲੀਅਸ ਸਪੇਸ ਦੇ ਵਿੱਚ, ਰਾਈਟ, ਸਾਨੂੰ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਜਿਹੜੀ ਹੋਊਗੀ ਉਸ ਜਗ੍ਹਾ 'ਤੇ ਮੈਕਸਿਮਮ ਹੋਣ ਦਾ ਦਾਅਵਾ ਦਊਗਾ। ਮਤਲਬ ਸਾਈ ਸਕੁਏਅਰ ਕੀ ਕਰੂਗਾ, ਉਹ ਇਲੈਕਟ੍ਰੋਨ ਦੀ ਪ੍ਰੋਬੇਬਿਲਿਟੀ ਹੈ ਫਾਈਂਡ ਕਰਨ ਦੀ, ਠੀਕ ਹੈ ਜੀ, ਮੂਵਿੰਗ ਦਾ ਇਲੈਕਟ੍ਰੋਨ ਇਨ ਅ ਗਿਵਨ ਰੀਜਨ। ਸੋ ਇਹਨੂੰ ਆਪਾਂ ਬੱਚੇ ਪ੍ਰੋਬੇਬਿਲਿਟੀ ਡੈਂਸਿਟੀ ਵੀ ਕਹਿ ਦੇਵਾਂਗੇ। ਸੋ ਸਾਈ ਨੂੰ ਅਸੀਂ ਕਹਾਂਗੇ ਪ੍ਰੋਬੇਬਿਲਿਟੀ ਐਂਪਲੀਟਿਊਡ। ਸੋ ਬੱਚੇ ਜੇ ਸਾਈ ਸਕੁਏਅਰ ਦੀ ਵੈਲਿਊ ਸਾਡੇ ਕੋਲ ਲਾਰਜ ਆ ਜਾਂਦੀ ਹੈ, ਇਹਦਾ ਮਤਲਬ ਉਸ ਪੁਆਇੰਟ 'ਤੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਮੈਕਸਿਮਮ ਆ। ਪਰ ਜੇ ਸਾਈ ਸਕੁਏਅਰ ਦੀ ਵੈਲਿਊ ਸਮੋਲ ਆ ਜਾਂਦੀ ਆ ਤਾਂ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਵੀ ਘੱਟ ਹੈ। ਜੇ ਬਟ ਸਾਈ ਸਕੁਏਅਰ ਦੀ ਵੈਲਿਊ ਜੇ ਆਪਾਂ 0 ਕੰਸੀਡਰ ਕਰਦੇ ਹਾਂ, ਇਹਦਾ ਮਤਲਬ ਐਟ ਦੈਟ ਪੁਆਇੰਟ ਸਾਡੇ ਕੋਲ ਇਲੈਕਟ੍ਰੋਨ ਜਿਹੜਾ ਹੈ ਉਹਦੀ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਕੀ ਹੈ ਬੱਚੇ 0 ਹੈ, ਮਤਲਬ ਇਹ ਇਲੈਕਟ੍ਰੋਨ ਸਾਨੂੰ ਨਹੀਂ ਮਿਲੇਗਾ, ਰਾਈਟ। ਸੋ ਬੱਚੇ ਦਿਸ ਇਜ਼ ਦਾ ਕੁਆਂਟਮ ਮਕੈਨੀਕਲ ਮਾਡਲ ਆਫ ਐਨ ਐਟਮ। ਸੋ ਬੱਚੇ ਇਹਨੂੰ ਅਸੀਂ ਅੱਗੇ ਜਾ ਕੇ ਹੋਰ ਡਿਟੇਲ ਦੇ ਵੀ ਡਿਸਕਸ ਕਰਾਂਗੇ। ਸੋ ਇੱਥੋਂ ਸਾਨੂੰ ਇੱਕ ਗੱਲ ਕਲੀਅਰ ਹੋ ਗਈ, ਜੋ ਬੋਹਰ ਦੇ ਥੋੜ੍ਹੀਆਂ ਜਿਹੀਆਂ ਪ੍ਰੋਬਲਮ ਸੀਗੀਆਂ ਉਹ ਐਟਮ ਨੂੰ ਲੈ ਕੇ, ਐਟਮ ਦੀ ਐਕਚੁਅਲ ਸਟਰਕਚਰ ਨੂੰ ਲੈ ਕੇ ਉਹ ਸਾਨੂੰ ਕੁਆਂਟਮ ਜੋ ਮਕੈਨੀਕਲ ਮਾਡਲ ਹੈ ਐਟਮ ਦਾ ਉਹ ਕੀ ਕਰ ਦੇਗਾ ਬੱਚੇ, ਐਕਸਪਲੇਨ ਕਰ ਦੇਗਾ। ਥੈਂਕ ਯੂ ਸੋ ਮਚ।